ने अपना 70 साल की जिंदगी का तजर्बा कि हाउ टू लिव लाइफ किवें बतीत करनी है जिंदगी ਉਹਦੇ ਉੱਤੇ ਇਹਨਾਂ ਨੇ ਇੱਕ ਬੁੱਕ ਲਿਖੀ ਆ, ਉਹਦੀ ਇਨੈਗੂਰੇਸ਼ਨ ਆ। ਬੁੱਕ ਦਾ ਨਾਮ ਹੈ ਤਰਜ਼ੇ ਜ਼ਿੰਦਗੀ। ਇਹ ਰਾਹ ਦਸੇਰਾ ਰਚਨਾ ਹੈ ਜੋ ਸਾਨੂੰ ਜੀਵਨ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ, ਜ਼ਿੰਦਗੀ ਦਾ ਜੀਵਨ ਜਾਚ ਵਧੀਆ ਬਣਾਉਣ ਵਾਸਤੇ ਕੀ ਉਪਰਾਲੇ ਕਰਨੇ ਚਾਹੀਦੇ ਆ, ਉਹਦੇ ਤੇ ਸਾਡਾ ਧਿਆਨ ਖਿੱਚਿਆ ਹੈ। ਇਹ ਜ਼ਿੰਦਗੀ ਇੱਕ ਸਰਾਂ ਜਾਪੇ, ਕੋਈ ਚਲੇ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਵੀ ਨਾ ਕੱਢਦਾ, ਕੋਈ ਕੰਡਿਆਂ ਨਾਲ ਨਵਾ ਜਾਂਦਾ। ਕੋਈ ਨੌਜਵਾਨ ਇਸ ਪੁਸਤਕ ਨੂੰ ਪੜ੍ਹ ਕੇ ਤੇ ਆਪਣੇ ਜ਼ਿੰਦਗੀ ਦੇ ਉੱਪਰ ਲਾਗੂ ਕਰ ਲਵੇ ਤੇ ਸ਼ਾਇਦ ਉਹ ਕਿਤੇ ਧੋਖਾ ਨਹੀਂ ਖਾਊਗਾ। मैं परमात्मा दे अगे दुआ करांगी कि परमात्मा इन्हां नूं सेहतयाबी बख्शण तां जो ये अगे भी अपनी कलम के जरिए साहित्य की सेवा करते रहन ते समाज नूं एक नवीं ते चंगी नरोई सेहत है जिहड़ी ओह दिंदे रहन। ਅੱਜ ਦਾ ਇਹ ਜੋ ਸਮਾਗਮ ਹੈ ਇੱਕ ਬੜਾ ਵਿਸ਼ੇਸ਼ ਕਿਸਮ ਦਾ ਸਮਾਗਮ ਹੈ, ਕਿਉਂਕਿ ਅਸੀਂ ਅੱਜ ਦੇਖ ਰਹੇ ਹਾਂ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਜੀਵਨ ਦੇ ਵਿੱਚ, ਸਧਾਰਨ ਹਾਲਾਤਾਂ ਦੇ ਵਿੱਚ। ਹਰੇਕ ਵਿਅਕਤੀ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੈ, ਉਹ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ, ਜੋ ਕਿ ਆਪ ਕ੍ਰੀਏਟ ਕੀਤੀ ਹੋਈ ਹੈ। ਉਹਨਾਂ ਟੈਨਸ਼ਨਸ ਨੂੰ ਕਿਵੇਂ ਦੂਰ ਕਰਨਾ ਹੈ, ਜਾਂ ਅਸੀਂ ਕਿਸ ਤਰੀਕੇ ਨਾਲ ਇਹੋ ਜਿਹੀ ਜ਼ਿੰਦਗੀ ਜਿਉਣੀ ਹੈ ਕਿ ਜਿਹਦੇ ਵਿੱਚ ਅਸੀਂ ਵਧੀਆ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰ ਸਕੀਏ। ਕਿਉਂਕਿ ਅੱਜ ਆਪਾਂ ਜਿਹਦੇ ਨਾਲ ਮਰਜ਼ੀ ਗੱਲ ਕਰ ਲਈਏ, ਉਹ ਗੱਲ ਕਹਿੰਦਾ ਟੈਨਸ਼ਨਾਂ ਬਹੁਤ ਨੇ। ਤੇ ਇਹ ਸਰਦਾਰ ਕਮਲਜੀਤ ਸਿੰਘ ਜੀ ਜੋ ਰਿਟਾਇਰਡ ਲੈਕਚਰਰ ਨੇ, ਇਹਨਾਂ ਨੇ ਆਪਣਾ 70 ਸਾਲ ਦੀ ਜ਼ਿੰਦਗੀ ਦਾ ਤਜਰਬਾ ਕਿ ਹਾਊ ਟੂ ਲਿਵ ਲਾਈਫ ਕਿਵੇਂ ਬਤੀਤ ਕਰਨੀ ਹੈ ਜ਼ਿੰਦਗੀ, ਉਹਦੇ ਉੱਤੇ ਇਹਨਾਂ ਨੇ ਇੱਕ ਬੁੱਕ ਲਿਖੀ ਆ, ਉਹਦੀ ਇਨੈਗੂਰੇਸ਼ਨ ਆ। ਬੁੱਕ ਦਾ ਨਾਮ ਹੈ ਤਰਜ਼ੇ ਜ਼ਿੰਦਗੀ। ਨਾਂ ਵੀ ਉਦਾਂ ਦਾ ਹੀ ਹੈ। ਤਰਜ਼ੇ ਜ਼ਿੰਦਗੀ, ਤਰਜ਼ ਦਾ ਮਤਲਬ ਹੈ ਸਟਾਈਲ, ਢੰਗ, ਜੀਵਨ ਜਾਚ। ਜ਼ਿੰਦਗੀ ਜਿਉਣ ਦਾ ਕਿਹੋ ਜਿਹਾ ਢੰਗ ਹੋਣਾ ਚਾਹੀਦਾ ਹੈ ਤੇ ਕਿਹੋ ਜਿਹਾ ਸਾਡਾ ਹੈ, ਤੇ ਜੇ ਹੈ ਤਾਂ ਕਿਉਂ ਹੈ, ਇਹਦੇ ਉੱਤੇ ਕਾਫੀ ਗੰਭੀਰਤਾ ਨਾਲ ਉਹਨਾਂ ਨੇ ਕੁਝ ਲੇਖ ਲਿਖੇ ਆ, ਜਿਸ ਤੋਂ ਇਹ ਰਾਹ ਦਸੇਰਾ ਰਚਨਾ ਹੈ ਜੋ ਸਾਨੂੰ ਜੀਵਨ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ, ਜ਼ਿੰਦਗੀ ਦਾ ਜੀਵਨ ਜਾਚ ਵਧੀਆ ਬਣਾਉਣ ਵਾਸਤੇ ਕੀ ਉਪਰਾਲੇ ਕਰਨੇ ਚਾਹੀਦੇ ਆ, ਉਹਦੇ ਤੇ ਸਾਡਾ ਧਿਆਨ ਖਿੱਚਿਆ ਹੈ। ਜਿੱਥੋਂ ਤੱਕ ਕਮਲਜੀਤ ਹੋਣਾ ਦੇ ਜੀਵਨ ਦਾ ਸਵਾਲ ਹੈ, ਇਹ ਇਸ ਪਿੰਡ ਦੇ, ਇਸ ਘਰ ਦੇ ਜੰਮ ਪਲਿਆ ਜਿੱਥੇ ਅਸੀਂ ਬੈਠੇ। ਕਿਸਾਨੀ ਪਰਿਵਾਰ ਨਾਲ ਮੁੰਡਲਾ ਇਹਨਾਂ ਦਾ ਸੰਬੰਧ ਹੈ। ਇਹਨਾਂ ਨੇ ਇਸ ਜੀਵਨ ਦੇ ਵਿੱਚ ਜੋ ਸਿੱਖਿਆ ਪ੍ਰਾਪਤ ਕੀਤੀ ਹੈ, ਜਨਮ ਇਹਨਾਂ ਦਾ 20 ਫਰਵਰੀ 1952 ਨੂੰ ਜਲੰਧਰ ਵਿਖੇ ਹੋਇਆ। ਮੈਂ ਆਪਣੇ ਸਾਰੇ ਭੈਣਾਂ ਭਰਾਵਾਂ ਤੋਂ ਛੋਟਾ ਆ, ਲਿਖ ਦਿਆ। ਮੈਂ ਆਪਣੀ ਪ੍ਰਾਇਮਰੀ ਸਿੱਖਿਆ ਸਤਨਾਮ ਧਰਮ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਆ। 10ਵੀਂ ਦੀ ਪ੍ਰੀਖਿਆ ਸੈਣੀਵਾਲ ਸਕੂਲ ਬੱਲੋਵਾਲ ਤੋਂ ਪ੍ਰਾਪਤ ਕੀਤੀ। ਮੈਂ ਪੜ੍ਹਾਈ ਵਿੱਚ ਸਧਾਰਨ ਜਿਹਾ ਵਿਦਿਆਰਥੀ ਸੀਗਾ। BA ਪੜ੍ਹਾਈ ਹਿੰਦੂ ਨੈਸ਼ਨਲ ਕਾਲਜ ਹਰਿਆਣਾ ਤੋਂ, B.Ed GN ਕਾਲਜ ਜਲੰਧਰ ਤੋਂ, MA ਪੋਲੀਟੀਕਲ ਸਾਇੰਸ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ ਹੈ। ਇਹ ਇਹਨਾਂ ਦਾ ਸਕੈਚ ਹੈ ਜੀਵਨ ਦਾ ਮੁੱਢਲਾ, ਜਨਮ ਅਤੇ ਵਿੱਦਿਆ ਦਾ, ਬਚਪਨ ਦਾ। ਇਹਨਾਂ ਦੀ ਮੈਰਿਜ ਪ੍ਰਿੰਸੀਪਲ ਰਿਟਾਇਰਡ ਮਹਿੰਦਰ ਕੌਰ ਜੀ ਨਾਲ ਹੋਇਆ, ਉਹ ਇਹਨਾਂ ਦੇ ਸਾਥ ਬੈਠੇ ਆ। ਇਹ ਇਹਨਾਂ ਦਾ ਜੀਵਨ ਸਾਥੀ। ਇਹ ਮੈਂ 82 ਚ ਆਇਆ ਤੇ 83 ਚ ਆਏ। ਉਦੋਂ ਤੋਂ ਲੈ ਕੇ ਅੱਜ ਤੱਕ ਸਾਡਾ ਪਿਆਰ ਇੱਕੋ ਜਿਹਾ ਰਿਹਾ, ਕੋਈ ਊਣਤਾ ਹੀ ਨਹੀਂ ਆਈ। ਔਰ ਕਮਲ ਜੀ ਤੋਂ ਵੀ ਅਸੀਂ ਬਹੁਤ ਕੁਝ ਸਿੱਖਿਆ। ਅਸੀਂ 3-4 ਅਧਿਆਪਕ ਸੀ। ਅਧਿਆਪਕਾਂ 'ਚ ਪੰਜਾਬ ਗੁਣ ਵੀ ਹੁੰਦੇ ਆ, ਪਰ ਇਹਨਾਂ 'ਚ ਸਾਨੂੰ ਅਵਗੁਣ ਕੋਈ ਨਹੀਂ ਮਿਲਿਆ।
ਬਿਲਕੁਲ ਇਮਾਨਦਾਰ ਔਰ ਆਪਣੇ ਪੜ੍ਹਾਈ ਦੇ ਵਿੱਚ, ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਪਰਫੈਕਟ। ਥੋੜ੍ਹਾ ਜਿਹਾ ਨਾ ਐਕਸਪੀਰੀਅੰਸ ਪ੍ਰਾਈਵੇਟ ਸਕੂਲ ਦਾ ਵੀ ਸੀ। ਬੰਦਾ ਹਰ ਚੀਜ਼ ਕਿਤੇ ਕਿਤੇ ਕੁਛ ਸਿੱਖਦਾ ਆ। ਪ੍ਰਾਈਵੇਟ ਸਕੂਲਾਂ ਦੀ ਨੌਕਰੀ ਅਤੇ ਗੌਰਮੈਂਟ ਸਕੂਲਾਂ ਦੀ ਨੌਕਰੀ ਦਾ ਬੜਾ ਅੰਤਰ ਹੈ, ਇਹ ਸਾਰੇ ਤੁਸੀਂ ਜਾਣਦੇ ਹੀ ਆ। ਇਹਨਾਂ ਦਾ ਬੜਾ ਵਧੀਆ ਐਕਸਪੀਰੀਅੰਸ ਸੀ ਪ੍ਰਾਈਵੇਟ ਨੌਕਰੀ ਦਾ ਵੀ। ਅਤੇ ਇਹਨਾਂ ਨੇ ਜੋ ਅੱਜ ਆਪਣੀ ਰਚਨਾ ਆਪਣੇ ਜੀਵਨ ਬਾਰੇ ਲਿਖਿਆ ਹੈ, ਪੜ੍ਹਿਆ ਤਾਂ ਨਹੀਂ ਪਰ ਮੈਂ ਜਾਣਦਾ ਸਭ ਕੁਛ ਹੀ ਆ ਇਹਨਾਂ ਦੇ ਵਿਚਾਰ, ਕਿਉਂਕਿ ਅਸੀਂ ਲਗਭਗ ਜੇ ਇਹ ਖੱਬਲੀ ਰਹਿੰਦੇ, ਮੈਂ ਦੌਲਾ ਰਹਿੰਦਾ, ਪਰ ਵਿਚਾਰ ਸਾਡੇ ਇੱਕੋ ਹੀ ਹੈ। ਔਰ ਦਿਹਾੜੀ 'ਚ ਇੱਕ ਵਾਰੀ ਇੱਕ ਦਿਨ ਫੋਨ ਕਰ ਲੈਣਾ, ਦਿਲ ਨਹੀਂ ਲੱਗਦਾ ਮਾਸਟਰ ਜੀ ਆ ਜਾਓ, ਕੋਈ ਪੁਰਾਣੀਆਂ ਗੱਲਾਂ ਯਾਦ ਕਰਕੇ ਆਪਣੇ ਜੀਵਨ ਨੂੰ ਵਧੀਆ ਬਣਾਇਆ। ਮੈਂ ਸਰਦਾਰ ਕਮਲਜੀਤ ਸਿੰਘ ਨੂੰ ਬਹੁਤ ਬਚਪਨ ਤੋਂ ਜਾਣਦਾ ਅਤੇ ਖੁਸ਼ੀ ਦੀ ਗੱਲ ਹੈ ਮੇਰੇ ਸਟੂਡੈਂਟ ਵੀ ਰਹੇ ਆ। ਹੈਰਾਨ ਹੋਵੋਗੇ, ਚਲੋ ਕੋਈ ਜੁਦੀ ਗੱਲ ਆ, ਪਰਿਵਾਰਕ ਰਿਲੇਸ਼ਨ ਹੋਣ ਦੇ ਨਾਤੇ ਮੇਰੇ ਨਾਲ ਬਹੁਤ ਆਉਣ ਜਾਣ ਪਿਆਰ ਹੈ। ਅਤੇ ਆਮ ਅੱਜ ਕੱਲ੍ਹ ਜਿੰਨੇ ਪੜ੍ਹੇ ਲਿਖੇ ਜਾਂ ਜਿਨ੍ਹਾਂ ਦੇ ਬੱਚੇ ਬਾਹਰ ਹਨ ਨਾ, ਉਹਨਾਂ ਦੀ ਹਵਾ ਬੜੀ ਉੱਚੀ ਹੁੰਦੀ ਹੈ, ਪਰ ਇਹਨਾਂ ਦਾ ਸੁਭਾਅ, ਇਹਨਾਂ ਦੀ ਮਿਲਣਸਾਰਤਾ, ਇਹਨਾਂ ਦੇ ਪਰਿਵਾਰ ਵੱਲੋਂ ਸਾਰੇ ਸਹਿਯੋਗ ਕਰਨੇ ਸਾਰੇ ਕੰਮਾਂ ਨੂੰ ਚੰਗੀ ਤਰ੍ਹਾਂ, ਬਹੁਤ ਸ਼ਲਾਘਾਯੋਗ ਹੈ। ਇਹਨਾਂ ਨੇ ਜੋ ਕੰਮ ਦੱਸੇ ਹਨ, ਹੁਣੇ ਪਿੰਡ ਵਿੱਚ ਬਹੁਤ ਸਾਰੇ ਕੰਮ ਕਰਵਾਏ ਹਨ ਅਤੇ ਜਿੱਥੇ ਕਿਸੇ ਗਰੀਬ ਨੂੰ ਲੋੜ ਪੈਂਦੀ ਹੈ ਉੱਥੇ ਵੀ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਬਹੁਤ ਸਾਰੇ ਬੰਦੇ ਪੰਡਿਤ ਤੀਰਥ ਰਾਮ ਨੂੰ ਜਾਣਦੇ ਹੋਣੇ ਆ, ਉਹਨਾਂ ਨੂੰ ਪੁੱਛਿਆ, ਉਹਨਾਂ ਦੇ ਪਿੰਡ ਪੜ੍ਹਾਉਂਦੇ ਹੁੰਦੇ ਸੀ ਕਿ ਮਾਸਟਰ ਜੀ ਕੀ ਹਾਲਤ ਆ, ਪਾਣੀ ਪੋਲ ਫੜਿਆ ਘਰ ਵਾਲੀ ਨੇ ਛਤਰੀ ਲਈ, ਉਹ ਪਤਾ ਨਹੀਂ, ਕਹਿੰਦਾ ਪੰਡਿਤ ਜੀ ਦੇਖੋ ਮੈਂ ਵਿਆਹ ਕਰਕੇ ਤੁਰਿਆ ਹਾਂ, ਅਸੀਂ ਦੁੱਖ ਨੂੰ ਆਪ ਵੀ ਬਹੁਤ ਵਧਾ ਲੈਂਦੇ ਹਾਂ, ਕਿਉਂਕਿ ਦੁੱਖ ਜੇ ਅਸੀਂ ਕਹੀ ਜਾਵਾਂਗੇ ਨਾ ਬਜ਼ੁਰਗ ਹਾਏ ਮਰ ਗਿਆ, ਕੋਈ ਨਹੀਂ ਲਾਗੇ ਹੁੰਦਾ, ਅਤੇ ਦੁੱਖ ਤਾਂ ਹਰੇਕ ਨੂੰ ਹੀ ਹੁੰਦਾ, ਥੋੜ੍ਹਾ ਦੁੱਖ ਨੂੰ ਸੰਭਾਲਣਾ ਚਾਹੀਦਾ। ਇਹ ਜਿਹੜੀ ਜ਼ਿੰਦਗੀ ਦੀ ਜਾਂਚ ਆ ਇਹ ਆਉਣੀ ਚਾਹੀਦੀ ਆ। ਅਤੇ ਇੱਕ ਸਰਦਾਰ ਕਮਲਜੀਤ ਸਿੰਘ ਨੇ ਜਿਹੜੀ ਲਿਖੀ ਆ ਇਹ ਬਹੁਤ ਵਧੀਆ, ਕਿ ਅਸੀਂ ਆਪਣੇ ਦੁੱਖਾਂ ਨੂੰ ਆਪ ਵਧਾਉਂਦੇ ਹਾਂ, ਜੇ ਉਹਨੂੰ ਥੋੜ੍ਹਾ ਜਿਹਾ ਘਟਾਉਣ ਦੀ ਕੋਸ਼ਿਸ਼ ਕਰੀਏ, ਅਸੀਂ ਸਮਾਜ 'ਚ ਰਹਿਣ ਦੀ ਕੋਸ਼ਿਸ਼ ਕਰੀਏ, ਠੀਕ ਢੰਗ ਨਾਲ ਚੱਲੀਏ, ਆਲੇ ਦੁਆਲੇ ਨੂੰ ਵੀਰਾਂ ਭੈਣਾਂ ਭਰਾਵਾਂ ਨੂੰ ਦੇਖੀਏ, ਤਾਂ ਕਦੀ ਵੀ ਇਹ ਦੁੱਖ ਜਿਹੜਾ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਵੀ ਕੋਈ ਇਤਰਾਜ਼ ਤਾਂ ਨਹੀਂ ਹੋਣਾ ਚਾਹੀਦਾ। ਸਵਾਮੀ ਵਿਵੇਕਾਨੰਦ ਨੇ ਜਦੋਂ ਅੰਮ੍ਰਿਤ ਸੰਚਾਰ ਦੀ ਵਿਧੀ ਦਾ ਅਧਿਐਨ ਕੀਤਾ ਨਾ, ਉਸ ਤੋਂ ਬਾਅਦ ਫਿਰ ਉਹਨੇ ਹਰ ਸਟੇਜ 'ਤੇ ਫਤਿਹ ਬੁਲਾਈ, ਅਤੇ ਮੇਰੇ ਖਿਆਲ ਬੁਲਾ ਦਈਏ ਅਤੇ ਖੁਸ਼ੀ ਸਾਂਝੀ ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ, ਪ੍ਰੋਫੈਸਰ ਕਮਲਜੀਤ ਸਿੰਘ ਉਹਨਾਂ ਦੇ ਵਿਚਾਰਾਂ ਤੋਂ ਬਹੁਤ ਸਾਰੇ ਆਪਾਂ ਵਾਕਫ ਹਾਂ, ਅਤੇ ਸਾਨੂੰ ਮੌਕਾ ਮਿਲਿਆ ਕਿ ਅਸੀਂ ਮੇਰੇ ਖਿਆਲ ਲਗਾਤਾਰ 2 ਸਾਲ ਇੱਕ ਪ੍ਰੋਜੈਕਟ ਸੀ ਡੀ ਐਡਿਕਸ਼ਨ ਦੇ ਉੱਤੇ, ਨਸ਼ਿਆਂ ਦੇ ਉੱਪਰ, ਅਤੇ ਸਕੂਲਾਂ ਕਾਲਜਾਂ ਵਿੱਚ ਜਾਂਦੇ ਸੀ, ਅਤੇ ਇਹਨਾਂ ਨੂੰ ਅਸੀਂ ਅਕਸਰ ਸੱਦਾ ਦੇਈਦਾ ਸੀ ਵੀ ਤੁਸੀਂ ਆਓ ਅਤੇ ਬੋਲੋ। ਅੱਜ ਆਪਣਾ ਜਿਹੜਾ ਵਿਸ਼ਾ ਹੈ ਤਰਜ਼-ਏ ਜ਼ਿੰਦਗੀ, ਇਹ ਪ੍ਰੋਫੈਸਰ ਸਾਹਿਬ ਨੇ ਜਿਹੜੀ ਪੁਸਤਕ ਲਿਖੀ ਹੈ, ਅਤੇ ਆਪਾਂ ਸੋਚ ਕੇ ਦੇਖੀਏ ਵੀ ਪਹਿਲਾਂ ਵਿਚਾਰ ਅੰਦਰ ਆਉਂਦੇ ਹੋਣਗੇ, ਫਿਰ ਉਹ ਸਟੋਰ ਹੁੰਦੇ ਹੋਣਗੇ, ਫਿਰ ਉਹ ਕਲਮਬੱਧ ਹੁੰਦੇ ਹੋਣਗੇ, ਫਿਰ ਉਹਨਾਂ ਨੂੰ ਇੱਕ ਪੁਸਤਕ ਦਾ ਰੂਪ ਦੇਣਾ, ਉਹ ਸੋਚ ਕਿੱਥੋਂ ਚੱਲਦੀ ਹੋਏਗੀ, ਕਿੱਥੇ ਪਹੁੰਚਦੀ ਹੋਏਗੀ। ਆ ਗੱਲਾਂ ਸੁਣ ਕੇ ਮੇਰੇ ਖੁਤਖੁਤੀ ਹੁੰਦੀ ਸੀ ਕਿ ਲਾਂਬੜੇ ਬਾਰੇ ਕਈ ਵਾਰੇ ਆਉਂਦਾ ਪ੍ਰੈਸ 'ਚ ਦੇਖਾ, ਤੇ ਇਹ ਹੱਬਲ ਵੀ ਮਾਡਲ, ਇੱਕ ਮਾਡਲ ਇਨਸਾਨ ਜੈਂਟਲਮੈਨ ਕਿੱਦਾਂ ਹੁੰਦਾ, ਇੱਕ ਆਪਣਾ ਪਿੰਡ ਆਦਰਸ਼ ਪਿੰਡ ਕਿੱਦਾਂ ਹੁੰਦਾ, ਇਹ ਇੱਥੇ ਸੁਣਨ ਨੂੰ ਤੇ ਦੇਖਣ ਨੂੰ ਮਿਲਿਆ। ਅੱਜ ਮਸ਼ੀਨੀ ਯੁੱਗ ਦੇ ਵਿੱਚ ਅਸੀਂ ਸਾਰੇ ਹੀ ਆਪਣੇ ਆਪ ਨੂੰ ਬਹੁਤ ਵਿਅਸਤ ਸਮਝਦੇ ਆ, ਔਰ ਖਬਰਾਂ ਆ ਕੇ ਇਸ ਪਾਰਕ 'ਚ ਆ ਕੇ ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਆ ਸਵਰਗ ਤੇ ਨਰਕ, ਉਹ ਆਹ ਹੀ ਸਵਰਗ ਆ। ਤੁਹਾਡੇ ਸ਼ਹਿਰ ਜਿਹੜੇ ਆ ਜਿੱਥੇ ਪਾਣੀ ਦਾ ਪੋਲਿਊਸ਼ਨ, ਹਵਾ ਦਾ ਪੋਲਿਊਸ਼ਨ, ਹਰ ਤਰ੍ਹਾਂ ਦੀ ਗੰਦਗੀ ਆ, ਜਿੱਥੇ ਅਸੀਂ ਜਾਣ ਕੇ ਫਸਣ ਲਈ ਭੱਜਦੇ ਆ ਸਾਰੇ ਪਿੰਡਾਂ ਵਾਲੇ,
ਉਹ ਨਰਕ। ਕਿਤਾਬ ਤਰਜ਼ ਜ਼ਿੰਦਗੀ ਇਹਨਾਂ ਨੇ ਆਪਣੇ ਜੀਵਨ ਦੇ ਤਜਰਬਿਆਂ ਦਾ ਨਿਚੋੜ ਸਾਨੂੰ ਸਾਰਿਆਂ ਨੂੰ ਮੁਬਾਰਕ। ਇਹ ਜ਼ਿੰਦਗੀ ਇੱਕ ਸਰਾਂਝ ਆਪੇ, ਇਹ ਜ਼ਿੰਦਗੀ ਇੱਕ ਸਰਾਂਝ ਆਪੇ, ਕੋਈ ਚਲੇ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਵੀ ਨਾ ਕੱਢਦਾ, ਕੋਈ ਕੰਡਿਆਂ ਨਾਲ ਨਵਾ ਜਾਂਦਾ। ਬਸ ਇੰਨੀ ਕੀ ਕਹਾਣੀ ਹੈ ਜ਼ਿੰਦਗੀ ਦੀ। ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਮਾਮਾ ਜੀ ਸਰਦਾਰ ਕਮਲਜੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਤਜਰਬੇ ਬਾਰੇ ਇਹ ਕਿਤਾਬ ਸਾਡੇ ਸਮਾਜ ਨੂੰ ਦਿੱਤੀ ਹੈ। ਬਹੁਤ ਹੀ ਉੱਚ ਸ਼ਖਸੀਅਤ ਹਨ ਤੇ ਬਹੁਤ ਹੀ ਇਮਾਨਦਾਰ ਸ਼ਖਸੀਅਤ ਹਨ। ਮੇਰੇ ਅਗਰ ਕੋਈ ਰੋਲ ਮਾਡਲ ਮੇਰੇ ਮਾਂ-ਬਾਪ ਤੋਂ ਬਾਅਦ ਹੈ ਤਾਂ ਸਰਦਾਰ ਕਮਲਜੀਤ ਸਿੰਘ ਜੀ ਮੇਰੇ ਰੋਲ ਮਾਡਲ ਹਨ। ਇਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਸਿੱਖਿਆ ਹੈ। ਇਹਨਾਂ ਤੋਂ ਬਹੁਤ ਕੁਝ ਜ਼ਿੰਦਗੀ ਵਿੱਚ ਸਾਨੂੰ ਸਿੱਖਣਾ ਮਿਲਿਆ। ਨਾਲ ਦੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਮਾਮੀ ਜੀ ਪ੍ਰਿੰਸੀਪਲ ਮਹਿੰਦਰ ਕੌਰ ਜੀ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਸ ਕਿਤਾਬ ਲਿਖਣ ਦੇ ਵਿੱਚ ਵੀ, ਤੇ ਇਹਨਾਂ ਦੇ ਜੋ ਨਾਲ ਰਲ ਮਿਲ ਕਰਕੇ ਬਹੁਤ ਹੀ ਸਹਿਯੋਗ ਕਰਦੇ ਹਨ। ਬਹੁਤ ਹੀ ਸਤਿਕਾਰਯੋਗ ਅੱਜ ਦੀ ਇਸ ਸ਼ਾਮ ਦੇ ਵਿੱਚ ਇਕੱਤਰਤ ਮੌਜੂਦ ਸ਼ਖਸੀਅਤਾਂ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜਿਸ ਮਕਸਦ ਦੇ ਲਈ ਇੱਥੇ ਇਕੱਠੇ ਹੋਏ ਹਾਂ, ਸਰਦਾਰ ਕਮਲਜੀਤ ਸਿੰਘ ਹੋਣਾ ਦੀ ਜ਼ਿੰਦਗੀ ਦੇ ਲਿਖੇ ਹੋਏ ਤਜਰਬੇ, ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜਦੋਂ ਨਿਚੋੜ ਕੱਢਿਆ ਇੱਕ ਕਿਤਾਬ ਦੇ ਵਿੱਚ ਕਲਮਬੱਧ ਕਰ ਦਿੱਤਾ। ਇਹ ਸਮਾਜ ਨੂੰ ਇੱਕ ਬਹੁਤ ਵੱਡੀ ਦੇਣ ਆ, ਬੜੀ ਵੱਡੀ ਉਪਲਬਧੀ ਆ, ਕਿਉਂਕਿ ਅਸੀਂ ਬੋਲ ਕੇ ਕਿਸੇ ਨੂੰ ਜਦੋਂ ਕੋਈ ਗੱਲ ਕਹਿੰਦੇ ਆ ਤਾਂ ਮਨੋਵਿਗਿਆਨ ਇਹ ਸਿੱਧ ਕਰਦਾ ਕਿ ਇੱਕ ਦਿਨ ਦੇ ਵਿੱਚ ਕੋਈ ਬੰਦਾ ਵੀ 25% ਗੱਲਾਂ ਜਿਹੜੀਆਂ ਚੇਤੇ ਰੱਖਦਾ, 75% ਐਲੀਮੀਨੇਟ ਹੋ ਜਾਂਦੀਆਂ, ਭੁੱਲ ਜਾਂਦੀਆਂ, ਤੇ ਉਹ ਗਾਂਹ ਤੋਂ ਗਾਂਹ ਤੈਅ ਜਿਹੜੀ ਵੱਜਦੀ ਜਾਂਦੀ ਆ, ਤੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਨਵੀਆਂ ਗੱਲਾਂ ਉਹ ਚੇਤੇ ਰਹਿ ਜਾਂਦੀਆਂ, ਪੁਰਾਣੀਆਂ ਭੁੱਲਦੀਆਂ ਜਾਂਦੀਆਂ। ਪਰ ਜਦੋਂ ਵੀ ਕੋਈ ਵਿਚਾਰ ਇੱਕ ਕਲਮਬੱਧ ਤਰੀਕੇ ਦੇ ਨਾਲ ਲਿਖਤ ਦੇ ਵਿੱਚ ਸੁਸਾਇਟੀ ਨੂੰ ਮਿਲਦੇ ਆ, ਤੇ ਉਹ ਸੁਸਾਇਟੀ ਦੇ ਲਈ ਬਹੁਤ ਵੱਡਾ ਇੱਕ ਮੀਲ ਪੱਥਰ ਦਾ ਕੰਮ ਕਰਦੇ ਆ। ਜਿਸ ਪਰਿਵਾਰ 'ਚ, ਜਿਸ ਵਿਅਕਤੀ 'ਚ ਹਮੇਸ਼ਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਜਿਹਨੇ ਬਰਕਰਾਰ ਰੱਖਿਆ, ਉਹਨੇ ਜ਼ਿੰਦਗੀ ਦਾ ਹਰ ਇੱਕ ਮੁਕਾਮ ਹਾਸਲ ਕੀਤਾ ਹੈ। ਸਰਦਾਰ ਕਮਲਜੀਤ ਸਿੰਘ ਜੀ ਨੇ, ਜਿਨ੍ਹਾਂ ਨੇ 1952 ਵਿੱਚ ਜਨਮ ਲਿਆ ਤੇ ਉਸ ਤੋਂ ਬਾਅਦ ਆਪਣੇ ਬਚਪਨ ਤੋਂ ਬਾਅਦ ਜਵਾਨੀ 'ਚ, ਉਸ ਤੋਂ ਬਾਅਦ ਪੂਰਾ ਜ਼ਿੰਦਗੀ ਸਮਾਂ ਆਪਣਾ ਜੋ ਬਤੀਤ ਕੀਤਾ ਹੈ ਉਹ ਇਸ ਪੁਸਤਕ ਦੇ ਵਿੱਚ ਪਰੋਇਆ ਹੈ। ਜੇ ਅੱਜ ਦੇ ਸਮੇਂ ਦੇ ਵਿੱਚ ਕੋਈ ਨੌਜਵਾਨ, ਮੈਂ ਦੇਖਦਾ ਸੀ ਬੈਠਾ, ਕੋਈ ਨੌਜਵਾਨ ਇਸ ਪੁਸਤਕ ਨੂੰ ਪੜ੍ਹ ਕੇ ਤੇ ਆਪਣੇ ਜ਼ਿੰਦਗੀ ਦੇ ਉੱਪਰ ਲਾਗੂ ਕਰ ਲਵੇ ਤੇ ਸ਼ਾਇਦ ਉਹ ਕਿਤੇ ਧੋਖਾ ਨਹੀਂ ਖਾਊਗਾ। ਪਰ ਸਾਰੇ ਕੈਨੇਡਾ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਪੁੱਛ ਲਓ ਕਿ ਕੀ ਕੁਲਦੀਪ ਸਿੰਘ ਹੀਰ ਜੀ ਨੂੰ ਜਾਣਦੇ ਹੋ, ਤੇ ਉਹ ਜ਼ਰੂਰ ਤੁਹਾਨੂੰ ਦੱਸਣਗੇ ਕਿ ਕੀ ਸ਼ਖਸੀਅਤ ਆ। ਉਹ ਵੀ ਅੱਜ ਸਾਡੇ ਵਿੱਚ ਆਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ 2 ਮਿੰਟ ਉਹ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਸਾਰੇ ਮੁਅੱਜ਼ਜ਼ ਮਹਿਮਾਨਾਂ ਨੂੰ ਮੈਂ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰ ਰੁਪਿੰਦਰਜੀਤ ਸਿੰਘ, ਇਹਨਾਂ ਨਾਲ ਬੜੀ ਪੁਰਾਣੀ ਸਾਂਝ ਹੈ। ਸਹਿਪਾਠੀ ਰਹੇ ਹਾਂ, ਕਾਲਜ ਦਾ ਸਮਾਂ ਅਸੀਂ ਇਕੱਠਿਆਂ ਨੇ ਬਿਤਾਇਆ। ਉਹ ਸਮਾਂ ਉਹ ਵੀ ਸੀ ਜਦੋਂ ਪੰਜਾਬ ਤੇ ਕਾਲੇ ਬੱਦਲ ਸਨ। ਖੈਰ ਉਹ ਹੋਰ ਕਿਸਮ ਦੇ ਸਨ, ਬੱਦਲ ਅੱਜ ਵੀ ਨੇ, ਜੇ ਅਸੀਂ ਅਹਿਸਾਸ ਹੋਵੇ ਸਾਨੂੰ। ਤੇ ਮੈਨੂੰ ਇੰਨਾ ਪਤਾ ਹੈ ਕਿ ਇੱਕ ਬੇਮੁਹਾਰੀ ਜਿਹੀ ਪੜ੍ਹਾਈ, ਜਿਵੇਂ ਸਾਡੇ ਵੀਰ ਜੀ ਹੁਣਾਂ ਨੇ, ਸਰਸ਼ਪਾਲ ਸਿੰਘ ਹੁਣਾਂ ਨੇ ਗੱਲ ਕੀਤੀ ਸੀ ਕਿ ਇਹ ਜਿਹੜੀ ਇੱਕ ਦੁਨਿਆਵੀ ਸਿੱਖਿਆ ਹੈ ਤੇ ਇੱਕ ਜਿਹੜੀ ਪਾਠਕ੍ਰਮ ਦੀ ਸਿੱਖਿਆ ਹੈ, ਇਹਦਾ ਫਰਕ ਹੈ। ਉਹ ਅਸੀਂ ਉਹੀ ਪੜ੍ਹਦੇ ਸਾਂ ਤੇ ਇਹ ਵੀ ਨਹੀਂ ਸੀ ਪਤਾ ਹੁੰਦਾ ਜਿਹੋ ਜਿਹੇ ਹਾਲਾਤ ਸਨ ਕਿ ਕਿਸੇ ਨੂੰ ਨੌਕਰੀ ਮਿਲਣੀ ਹੈ, ਕਿਸੇ ਨੂੰ ਨਹੀਂ ਮਿਲਣੀ ਹੈ, ਕਿੱਥੇ ਜਾਣਾ, ਕੀ ਭਵਿੱਖ ਹੋਣਾ। ਇੱਕ ਬੁਝੇ ਜਿਹੇ ਮਨ ਨਾਲ ਅਗਾਂਹ ਵਧਦੇ ਗਏ। ਪ੍ਰਿੰਸੀਪਲ ਬਣ ਗਿਆ ਵੀਰ, ਮੈਂ ਵਿਦੇਸ਼ ਚਲਾ ਗਿਆ, ਚਲੋ ਵਾਪਸ ਆਏ ਹਾਂ। ਇਹਨਾਂ ਨੇ
ਜਿਹਦੇ ਉਦੋਂ ਵਿਚਾਰ ਵਟਾਂਦਰੇ ਹੁੰਦੇ ਰਹੇ, ਮੈਂ ਇੰਨਾ ਕੁ ਮਾਣ ਨਾਲ ਕਹਿ ਸਕਦਾ ਕਿ ਉਸ ਔਖੇ ਸਮੇਂ ਦੇ ਵਿੱਚ ਵੀ, ਜਦੋਂ ਵੱਡੇ ਵੱਡੇ ਕਾਲਜਾਂ ਦੇ ਵਿੱਚ ਵੀ ਲਾਇਬ੍ਰੇਰੀਆਂ ਨੂੰ ਜਿੰਦੇ ਲੱਗ ਗਏ ਸਨ, ਅਖਬਾਰ ਵੀ ਕੋਈ ਘੱਟ ਹੀ ਆਉਂਦੀ ਸੀ, ਤੇ ਫਿਰ ਵੀ ਬੈਠ ਕੇ ਜਿਸ ਕਿਸਮ ਦਾ ਵਿਚਾਰ ਵਟਾਂਦਰਾ ਕਰ ਲੈਂਦੇ ਸਾਂ, ਉਹ ਚੰਗਾ ਸੀ, ਮਾੜਾ ਨਹੀਂ ਸੀ। ਉਸ ਵਿੱਚੋਂ ਕੁਝ ਨਾ ਕੁਝ ਸਿੱਖਿਆ ਹੀ ਹੋਵੇਗਾ। ਤੇ ਉਸੇ ਕਰਕੇ ਮੇਰੇ ਵੀਰ ਰੁਪਿੰਦਰ ਸਿੰਘ ਨੇ ਇਸ ਕਾਬਲ ਸਮਝਿਆ ਕਿ ਇੰਨੇ ਮਾਣਯੋਗ ਬਜ਼ੁਰਗਾਂ ਦੇ ਜੀਵਨ ਫਲਸਫੇ ਬਾਰੇ ਬੋਲਣ ਲਈ ਮੈਨੂੰ ਬੁਲਾਇਆ। ਮੈਂ ਇਸ ਕਾਬਲ ਸਮਝਦਾ ਨਹੀਂ ਆਪਣੇ ਆਪ ਨੂੰ। ਸਰਦਾਰ ਸਾਹਿਬ ਨੇ ਜਿੰਨੀਆਂ ਕੋ ਲਿਖਤਾਂ, ਜਿਹੜੀ ਇਹ ਲਿਖਤ ਲਿਖੀ ਆ, ਮੇਰੇ ਖਿਆਲ ਵਿੱਚ ਪਹਿਲੀ ਲਿਖਤ ਹੀ ਇਹਨਾਂ ਦੀ ਕਿਤਾਬ ਹੈ ਤਰਜ਼ੇ ਜ਼ਿੰਦਗੀ, ਜੀਵਨ ਜਾਚ ਹੈ, ਨੋ ਡਾਊਟ ਉਹਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ। ਤੇ ਮੇਰੇ ਵੀਰ ਜੀ ਡਾਕਟਰ ਜਸਵੰਤ ਸਿੰਘ ਨੇਕੀ ਦੀ ਗੱਲ ਕਰ ਰਹੇ ਸਨ, ਉਹਨਾਂ ਦੇ ਬਾਰੇ ਕਿ ਉਹ ਕਿਵੇਂ ਰੋਸ਼ਨੀ ਕਰਨ ਵਾਲਿਆਂ ਦੇ ਵਿੱਚ ਉਹਨਾਂ ਦਾ ਨਾਮ ਹੈ। ਤੇ ਲੈਕਚਰਰ ਕਮਲਜੀਤ ਸਿੰਘ ਜੀ ਨੇ ਇੱਕ ਕਿਤਾਬ ਦੇ ਵਿੱਚ, ਮਾਫੀ ਚਾਹੁੰਦੇ ਹਾਂ ਕਿ ਸਾਡਾ ਸਿਸਟਮ ਹੀ ਇਹੋ ਜਿਹਾ ਹੋ ਗਿਆ ਕਿ ਅਸੀਂ ਕਿਤਾਬਾਂ ਨੂੰ ਪੜ੍ਹਨ ਨੂੰ ਅਸੀਂ ਬਹੁਤ ਪਿੱਛੇ ਸੁੱਟ ਲਿਆ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਤੁਹਾਡੇ ਪ੍ਰੋਫੈਸਰ ਕਮਲਜੀਤ ਸਿੰਘ ਦੇ ਬਹੁਤ ਕਰੀਬੀ ਸਹਿਯੋਗੀ ਵੀ ਹੋਣਗੇ, ਉਹਨਾਂ ਨੇ ਕਿਤਾਬ ਕਿਸੇ 1 2 3 ਨੇ ਸ਼ਾਇਦ ਪੜ੍ਹੀ ਹੋਵੇ ਹਾਲੇ ਤੱਕ। ਤੇ ਮੈਨੂੰ ਸੱਦਾ ਇਸ ਪ੍ਰੋਗਰਾਮ ਦਾ ਕਈ ਦਿਨ ਪਹਿਲਾਂ ਚਲਾ ਗਿਆ ਸੀ, ਤੇ ਹਾਲ ਆਪਣਾ ਵੀ ਇਹੋ ਜਿਹਾ ਹੀ ਹੈ ਕਿ ਮੈਂ ਰੁਪਿੰਦਰ ਸਿੰਘ ਹੋਣਾ ਤੋਂ ਕਿਤਾਬ ਹੁਣੇ ਹੀ ਮੰਗੀ ਤੇ ਹੁਣੇ ਹੀ ਮੈਨੂੰ ਮਿਲੀ ਹੈ, ਤੇ ਮੈਂ 10-15 ਮਿੰਟ ਜਿਹੜੀ ਨਿਗਾਹ ਮਾਰੀ ਹੈ, ਮੈਨੂੰ ਇਸ ਵਿੱਚੋਂ ਇਹ ਪਤਾ ਨਹੀਂ ਲੱਗ ਰਿਹਾ ਕਿ ਮੈਂ ਜਿਹੜੇ ਕੁ ਵਿਸ਼ੇ ਪ੍ਰੋਫੈਸਰ ਸਾਹਿਬ ਨੇ ਛੋਏ ਹੋਏ ਨੇ ਉਹਨਾਂ ਵਿੱਚੋਂ ਕਿਹਦੇ ਤੇ ਗੱਲ ਕਰਾਂ। ਹੋ ਨਹੀਂ ਸਕਦੀ, ਕਿਉਂਕਿ ਇੱਕ ਫਲਸਫਾ ਹੈ ਜੀਵਨ ਦਾ, ਜੋ ਲੰਬਾ ਸਮਾਂ ਸੋਚ ਕੇ ਵਿਚਾਰ ਕੇ ਉਸਨੂੰ ਕਲਮ ਦੇ ਜ਼ਰੀਏ ਢਾਲਿਆ ਗਿਆ। ਮੈਂ ਦੇਖਿਆ ਕਈ ਜਗ੍ਹਾ ਤੇ ਸਾਡਾ ਸਿਸਟਮ ਵੀ ਇਹੋ ਜਿਹਾ ਹੈ, ਕਿਉਂਕਿ ਡਿਜੀਟਲ ਯੁੱਗ ਹੋਣ ਦੇ ਬਾਵਜੂਦ ਵੀ ਇਸ ਵਿੱਚ ਕਈ ਸਾਰੀਆਂ ਜਗ੍ਹਾ ਤੇ ਪ੍ਰੋਫੈਸਰ ਸਾਹਿਬ ਨੇ ਉਹ ਪੈਨ ਦੇ ਨਾਲ ਉਸਨੂੰ ਦਰੁਸਤੀਆਂ ਕੀਤੀਆਂ ਹੋਈਆਂ। ਇਹ ਸਮਾਂ ਇਹ ਹੈ। ਅਸੀਂ ਪੰਜਾਬੀ ਦੀ ਗੱਲ ਥੋੜ੍ਹੀ ਜਿਹੀ ਮੈਂ ਪਹਿਲਾਂ ਕਰਨੀ ਚਾਹਾਂਗਾ। ਇੰਨੇ ਵਿਸਲੇ ਅਸੀਂ ਹੋ ਗਏ ਹਾਂ, ਸਾਡੇ ਆਪਣੇ ਪਿੰਡਾਂ ਦੇ, ਸ਼ਹਿਰਾਂ ਦੇ ਸੜਕਾਂ ਤੇ ਬੋਰਡ ਸਾਡੇ ਹੀ ਪਿੰਡਾਂ ਦੇ ਨਾਵਾਂ ਵਾਲੇ ਗਲਤ ਲੱਗੇ ਹੋਏ ਆ, ਅਸੀਂ ਰੋਜ਼ ਉੱਥੋਂ ਲੰਘਦੇ ਹਾਂ। ਨਾ ਸਾਡੇ ਕੋਲ ਆਵਾਜ਼ ਉਠਾਉਣ ਦੀ ਹਿੰਮਤ ਹੈ, ਨਾ ਸਾਡੇ ਕੋਲ ਗੱਲ ਕਰਨ ਦੀ ਜ਼ਰੂਰਤ ਹੈ, ਤੇ ਅਵਿਸਲੇ ਅਸੀਂ ਇੰਨੇ ਆ ਕਿ ਅਸੀਂ ਉਸ ਨੂੰ ਠੀਕ ਕਰਵਾਉਣ ਦਾ, ਜੇ ਮਹਿਕਮੇ ਨੂੰ ਨਹੀਂ ਤੇ ਅਸੀਂ ਆਪਣੇ ਕੋਲੋਂ ਹੀ 2 ਰੁਪਏ ਖਰਚ ਕੇ ਉਹ ਸਟicker ਲਗਵਾ ਦਈਏ ਕਿ ਆਹ ਪੈਰ 'ਚ ਬਿੰਦੀ ਪੈਣੀ ਹੈ ਕਿ ਨਹੀਂ ਪੈਣੀ ਹੈ, ਕੰਨੇ ਨੂੰ ਬਿੰਦੀ ਲੱਗਣੀ ਹੈ ਕਿ ਨਹੀਂ ਲੱਗਣੀ ਹੈ। ਉਹ ਗਲਤ ਨਾਮ ਪੜ੍ਹੀ ਜਾਂਦੇ ਆ, ਸਾਡੇ ਬੱਚੇ ਉਹੀ ਪੜ੍ਹੀ ਜਾਂਦੇ ਨੇ, ਉਹੀ ਬੋਲੀ ਜਾਂਦੇ ਨੇ। ਇੱਕ ਛੋਟੀ ਜਿਹੀ ਗੱਲ ਹੈ, ਗੁੱਲੀ ਡੰਡਾ ਬੱਚੇ ਖੇਡਦੇ ਹੁੰਦੇ ਸਨ। ਮੈਂ ਇੱਕ ਦਿਨ ਪਿੰਡ ਦੇ ਲਾਗੇ ਮੈਂ ਸੈਰ ਕਰਦੇ ਕਰਦੇ ਮੈਂ ਵੇਖਿਆ, ਤੇ ਮੈਂ ਕਿਹਾ ਚਲੋ ਮੁੰਡੇ ਖੇਡ ਰਹੇ ਨੇ ਬੱਚੇ, ਪੁਰਾਣੀ ਖੇਡ ਹੈ ਸਾਡੀ, ਤੇ ਸ਼ਾਇਦ ਕੋਈ ਇਹ ਵੀ ਚੰਗੀ ਗੱਲ ਹੈ। ਤੇ ਉਹ ਟੋਣਾ ਲਾਇਆ ਇੱਕ ਬੱਚੇ ਨੇ, ਤੇ ਦੂਸਰੇ ਨੂੰ ਕਹਿੰਦਾ ਜਾ ਤੇਰੇ ਪਿੱਛੇ 2 ਸਾਂਢ। ਮੈਂ ਇਹਨੂੰ ਕਿਹਾ ਯਾਰ ਸਾਂਢ ਲਫ਼ਜ਼ ਕਿੱਥੋਂ ਆਇਆ? ਕਹਿੰਦੀ ਜੀ ਸਾਂਢ ਹੀ ਹੁੰਦਾ। ਮੈਂ ਕਿਹਾ ਯਾਰ ਸਾਨ ਹੁੰਦਾ। ਚਲੋ ਤੁਸੀਂ ਖੇਡ ਖੇਡੀ ਹੈ, ਇਹ ਖੇਡ ਦੇ ਵਿੱਚ ਵੀ ਸਾਡੇ ਇਸ ਤਰ੍ਹਾਂ ਬਹੁਤ ਕੁਝ ਵੜ ਗਿਆ। ਹੁਣ ਅਸੀਂ ਗੱਲ, ਮੈਂ ਬਹੁਤਾ ਲਮਕਾਵਾਂ ਨਾ, ਇਸ ਦੇ ਵਿੱਚ ਜਿਹੜੇ ਵਿਸ਼ੇਸ਼ ਹੋਏ ਗਏ ਨੇ, ਉਸ ਵਿੱਚੋਂ ਇੱਕ ਜਿਹੜਾ ਮੈਨੂੰ ਪ੍ਰਮੁੱਖ ਲੱਗਾ, ਜਿੰਨਾ ਕੁ ਮੈਂ ਇਸ ਨੂੰ ਫਰੋਲਿਆ ਕਿਤਾਬ ਨੂੰ, ਉਹ ਇਹ ਹੈ ਕਿ ਪੈਸਾ ਮਾਇਆ ਹੀ ਸਭ ਕੁਝ ਨਹੀਂ। ਉਹ ਇੱਕ ਵੱਡਾ ਇੱਕ ਫਲਸਫਾ ਇਹਨਾਂ ਦੇ ਜੀਵਨ ਦਾ ਮੈਂ ਸਮਝਦਾ ਕਿ ਜ਼ਿੰਦਗੀ ਜਿਉਣ ਦਾ ਢੰਗ, ਕਮਾਉਣਾ ਤੇ ਰੱਜ ਕੇ ਉਸ ਦਾ ਆਨੰਦ ਮਾਣਨਾ, ਇਹ ਸਾਨੂੰ ਪਤਾ ਨਹੀਂ, ਸਾਨੂੰ ਭੁੱਲ ਚੁੱਕਿਆ। ਜਿਹੜੀ ਡਾਕਟਰ ਜਸਵੰਤ ਸਿੰਘ ਨੇਕੀ ਦੀ ਗੱਲ ਸੀ, ਉਸ ਨਾਲ ਮਿਲਦੀ ਜੁਲਦੀ ਗੱਲ ਪ੍ਰੋਫੈਸਰ ਨੇ ਵੀ ਕੀਤੀ ਹੈ ਕਿ ਇੱਕ ਵਾਰ ਜੰਗਲ ਨੂੰ ਅੱਗ ਲੱਗੀ ਤਾਂ ਜਾਨਵਰ ਆਪਣੇ ਢੰਗ ਨਾਲ ਅੱਗ ਬੁਝਾਉਣ ਲਈ ਉਪਰਾਲੇ ਕਰਨ ਲੱਗੇ। ਇੱਕ ਚਿੜੀ ਵੀ ਆਪਣੀ ਚੁੰਝ ਵਿੱਚ ਪਾਣੀ ਲੈ ਕੇ ਅੱਗ ਬੁਝਾਉਣ ਲਈ ਤੁਰੀ ਜਾ ਰਹੀ ਸੀ ਤਾਂ ਹਾਥੀ ਨੇ ਕਿਹਾ, ਤੇਰੇ ਇਸ ਪਾਣੀ ਨਾਲ ਅੱਗ ਬੁਝਾਊ? ਚਿੜੀ ਨੇ ਜਵਾਬ ਦਿੱਤਾ, ਅੱਗ ਤਾਂ ਚਾਹੇ ਨਾ ਬੁਝੂ, ਪਰ ਜਦੋਂ ਇਤਿਹਾਸ ਲਿਖਿਆ ਜਾਵੇਗਾ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਹੋਵੇਗਾ, ਨਾ ਕਿ ਅੱਗ ਲਾਉਣ ਵਾਲੇ ਮੂਕ ਦਰਸ਼ਕਾਂ ਵਿੱਚ। ਇਹ ਇਸ ਤਰ੍ਹਾਂ ਦਾ ਜਿਹੜਾ ਲਿਖਣ ਦਾ ਅੰਦਾਜ਼ ਹੈ, ਜਿਵੇਂ ਜਿਵੇਂ ਸਾਡੇ ਘਟਦੇ ਜਾ ਰਹੇ ਨੇ ਲੇਖਕ, ਚੰਗੇ ਲੇਖਕ, ਇਸ ਤਰ੍ਹਾਂ ਦਾ ਜਿਹੜਾ ਲਿਖਣੀ ਦਾ ਅੰਦਾਜ਼ ਹੈ। ਡਾਕਟਰ ਨਰਿੰਦਰ ਸਿੰਘ ਕਪੂਰ ਖਿੜਕੀਆਂ ਦੇ ਵਿੱਚ ਉਹ ਕਾਫੀ ਸਾਰੇ ਇਸ ਤਰ੍ਹਾਂ ਦੇ ਜਿਹੜੇ ਵਿਸ਼ਲੇਸ਼ਣ ਨੇ ਉਹਨਾਂ ਦੇ ਕਹਿ ਰਹੇ, ਮੈਂ ਪਹਿਲਾਂ ਨਹੀਂ ਸੀ ਪੜ੍ਹਿਆ ਕਿਤੇ ਵੀ, ਪਰ ਇਹਨਾਂ ਨੇ ਥੋੜਾ ਜਿਹਾ ਵੱਖਰਾ ਹੈ ਉਸ ਕਿਤਾਬ ਨਾਲੋਂ, ਮੈਂ ਇਹਨੂੰ ਨੋਟ ਜੋ ਕੀਤਾ। ਜੇ ਡਾਕਟਰ ਕਪੂਰ ਸਾਹਿਬ ਇਸ ਨੂੰ ਲਿਖਣਾ ਹੁੰਦਾ, ਉਹਨਾਂ ਨੇ ਜਿਹੜੀ ਗੱਲ ਤੁਹਾਨੂੰ ਪੜ੍ਹ ਕੇ ਸੁਣਾਈ, ਤੇ ਉਹਨਾਂ ਨੇ ਸਿਰਫ ਇੰਨੀ ਲਿਖਣੀ ਸੀ ਤੇ ਸਿਰਲੇਖ ਦੇ ਦੇਣਾ ਸੀ, ਤੇ ਬਾਕੀ ਪਾਠਕ ਤੇ ਛੱਡ ਦੇਣਾ ਸੀ ਕਿ ਤੂੰ ਹੁਣ ਸੋਚ ਲੈ, ਸਮਝ ਲੈ। ਤੇ ਪ੍ਰੋਫੈਸਰ ਸਾਹਿਬ ਨੇ ਇਹਨੂੰ ਜਿਵੇਂ ਇਸ ਦਾ ਨਾਲ
ਸ਼ੁਰੂਆਤ ਜਿਹੜੀ ਕੀਤੀ ਹੈ ਨਾ, ਇਹ ਮੈਂ ਤੁਹਾਨੂੰ ਅਗਲਾ ਪੈਰਾ ਪੜ੍ਹ ਕੇ ਸੁਣਾਇਆ। ਇਹਦਾ ਪਹਿਲਾ ਪੈਰਾ ਇਹ ਹੈ ਕਿ ਅਰਥਹੀਣ ਪਹਾੜ ਤੋਂ ਗਹਿਰੀ ਖੱਡ ਉੱਤਮ ਹੈ, ਜੋ ਘੱਟੋ ਘੱਟ ਧਰਤੀ ਦਾ ਪਾਣੀ ਦਾ ਪੱਧਰਤਾ ਵਧਾਉਂਦੀ ਹੈ। ਹੁਣ ਇਸ ਵਿੱਚ ਬਹੁਤ ਕੁਝ ਹੈ। ਸਾਡੇ ਵਿੱਚੋਂ ਬਹੁਤ ਸਾਰੇ ਪਹਾੜਾਂ ਦੀ ਸੈਰ ਨੂੰ ਵੀ ਜਾਂਦੇ ਹੋਣਗੇ, ਹੈ ਤੇ ਉੱਚੇ ਪਹਾੜ ਹੀ ਨੇ, ਖੱਡ ਵੱਲ ਨੂੰ ਅਸੀਂ ਘੱਟ ਵੇਖਦੇ ਹਾਂ। ਪਰ ਖੱਡ ਦੀ ਜਿਹੜੀ ਗੱਲ ਹੈ, ਖੱਡ ਕੰਮ ਕੀ ਕਰਦੀ ਹੈ? ਪਾਣੀ ਇਕੱਤਰ ਕਰਕੇ ਜ਼ਮੀਨ ਦੇ ਪਾਣੀ ਦਾ ਪੱਧਰ ਵਧਾਉਂਦੀ ਹੈ। ਫਿਕਰ ਹੈ ਪ੍ਰੋਫੈਸਰ ਸਾਹਿਬ ਨੂੰ ਕਿ ਪਾਣੀ ਦਾ ਪੱਧਰ ਸਾਡਾ ਘਟਦਾ ਜਾ ਰਿਹਾ। ਇਸੇ ਤਰ੍ਹਾਂ ਲਿਖਦੇ ਨੇ ਕਿ ਪਹਾੜ ਵੀ ਜੇਕਰ ਚੰਗੀ ਮਿੱਟੀ ਦਾ ਹੋਵੇ ਤਾਂ ਉਹ ਡੈਲਟਾ ਖਰਾ ਬਣਾਓ ਜਿੱਥੇ ਉਪਜ ਚੰਗੀ ਹੋਵੇਗੀ। ਅਗੇਨ ਗਿਆਨ ਦੀ ਗੱਲ ਹੈ, ਨੌਲੇਜ ਦੀ ਗੱਲ ਹੈ। ਇਸ ਨਾਲ ਸਮਾਜ ਅਤੇ ਲੋਕਾਈ ਦੀ ਪ੍ਰਗਤੀ ਹੋਵੇਗੀ। ਖਾਰੇ ਪਾਣੀ ਦੇ ਦਰਿਆ ਤੋਂ ਛੋਟੀ ਜਿਹੀ ਕੂਲ ਚੰਗੀ, ਜਿਸ ਦਾ ਪਾਣੀ ਪੀਣ ਦੇ ਕੰਮ ਆਵੇਗਾ। ਇਹ ਜ਼ਿੰਦਗੀ ਦਾ ਫਲਸਫਾ ਹੈ। ਕਿਤਾਬ ਇਹੋ ਜਿਹੀ ਲਿਖਣੀ ਸੌਖੀ ਨਹੀਂ, ਦੋ ਕਾਰਨਾਂ ਕਰਕੇ। ਇੱਕ ਤੇ ਇਹ ਕਿ ਇਸ ਤਰ੍ਹਾਂ ਦੇ ਵਿਚਾਰ ਇਕੱਤਰ ਕਰਨੇ ਤੇ ਉਹਨਾਂ ਨੂੰ ਕਲਮ ਦੇ ਵਿੱਚ ਪਰੋ ਦੇਣਾ ਆਪਣੇ ਆਪ ਦੇ ਵਿੱਚ ਬਹੁਤ ਔਖਾ ਕਾਰਜ ਹੈ। ਦੂਸਰਾ ਇਹ ਕਿ ਜਿੰਨਾ ਕੁ ਸਾਨੂੰ ਪੜ੍ਹਨ ਦਾ ਸ਼ੌਕ ਹੈ, ਅੱਜ ਸਾਡਾ ਜਿਹੜਾ ਯੂਥ ਹੈ ਉਹ ਤੇ ਬਿਲਕੁਲ ਹੀ ਅਖਬਾਰ ਦੀ ਗੱਲ ਕਰ ਰਿਹਾ ਸੀ, ਅਖਬਾਰ ਤੋਂ ਮੁਨਕਰ ਬਿਲਕੁਲ ਹੋ ਚੁੱਕਾ ਹੈ। ਤੇ ਮਾਫ ਕਰਨਾ, ਗੁਸਤਾਖੀ ਮਾਫ, ਸਾਡੇ ਵਿੱਚੋਂ ਵੀ ਬਹੁਤੇ ਅਖਬਾਰ ਪੜ੍ਹਦੇ ਨੇ। ਅਸੀਂ ਪਹਿਲਾ ਸਫਾ ਤੇ ਹੱਦ ਆਪਣਾ ਜਿਹੜਾ ਲੋਕਲ ਸਾਡਾ ਜਿਹੜਾ ਜ਼ਿਲ੍ਹਾ ਹੁੰਦਾ ਉਹਦਾ ਸਫਾ, ਕਿ ਕਿਹਨੇ ਕਿਹਦੀ ਨਿਖੇਧੀ ਕੀਤੀ ਹੈ ਤੇ ਕਿੱਥੇ ਕੌਣ ਫੜਿਆ ਗਿਆ ਤੇ ਕਿੱਥੇ ਉਦਘਾਟਨ ਕੀਤਾ ਤੇ ਕਿਹਦੀ ਫੋਟੋ ਲੱਗੀ ਹੈ। ਇਸ ਤੋਂ ਬਾਅਦ ਸਾਡਾ ਕੋਈ ਕੰਮ ਨਹੀਂ। ਸਾਡੇ ਕੋਲ ਚੰਗੇ ਆਰਟੀਕਲ, ਚੰਗੇ ਜਿਹੜੇ ਸੰਪਾਦਕੀਆਂ ਪੜ੍ਹਨ ਵਾਲੇ, ਲਿਖਣ ਵਾਲੇ ਵੀ ਘਟਦੇ ਜਾ ਰਹੇ ਨੇ ਤੇ ਉਹ ਜਿਹਾ ਸਟੈਂਡਰਡ ਪੈਦਾ ਹੋ ਰਿਹਾ। ਅਖਬਾਰਾਂ ਦਾ ਵੀ ਉਹ ਗੱਲ ਨਹੀਂ ਰਹੀ। ਮੈਂ ਨਾਮ ਨਹੀਂ ਲਵਾਂਗਾ, ਪੰਜਾਬ ਦੀਆਂ 1-2 ਅਖਬਾਰਾਂ ਨੂੰ ਛੱਡ ਕੇ 3 ਲਾ ਲਓ, ਮੈਂ ਨਾਮ ਵੀ ਨਹੀਂ ਲੈਣਾ। ਤੇ ਬਾਕੀਆਂ ਦਾ ਹਾਲ ਇਹ ਆ ਕਿ ਖਬਰ 3-3 4-4 ਵਾਰੀ ਪੜ੍ਹਨੀ ਪੈਂਦੀ ਆ ਉਹਨਾਂ ਦੀ ਕਿ ਖਬਰ ਦਾ ਅਰਥ ਕੀ ਬਣਿਆ। ਨਾ ਵਿਆਕਰਨ ਸਹੀ, ਨਾ ਸ਼ਬਦ ਜੋੜ ਸਹੀ, ਨਾ ਲਫ਼ਜ਼ ਸਹੀ। ਬਸ ਇਹੋ ਕੁਝ ਹੀ ਸਾਨੂੰ ਪਰੋਸਿਆ ਜਾ ਰਿਹਾ। ਇਹ ਸਰਦਾਰ ਸਾਹਿਬ ਦੀ ਮਿਹਨਤ ਹੈ ਤੇ ਮੈਂ ਬੇਨਤੀ ਇਹੋ ਹੀ ਕਰ ਸਕਦਾ, ਇੰਨੇ ਵੱਡੇ ਵਿਦਵਾਨ ਪੁਰਸ਼ਾਂ ਦੇ ਵਿੱਚ ਡਾਕਟਰ ਸਾਹਿਬ ਤੇ ਹੋਰ ਇੰਨੇ ਪ੍ਰੋਫੈਸਰ ਲੋਕ, ਅਧਿਆਪਕ ਲੋਕ ਬੈਠੇ ਹੋਏ ਨੇ। ਸਾਹਿਬ ਬਲਵੰਤ ਸਿੰਘ ਖੇੜਾ ਜਿਨ੍ਹਾਂ ਦਾ ਜੀਵਨ ਦਾ ਸੰਘਰਸ਼ ਹੈ, ਮੇਰਾ ਵੀਰ ਰੁਪਿੰਦਰ ਸਿੰਘ, ਇਹ ਔਖਾ ਕਾਰਜ ਹੈ ਜਿਹੜਾ ਇਹ ਸਰਦਾਰ ਸਾਹਿਬ ਨੇ ਕੀਤਾ ਤੇ ਇਹ ਪਤਾ ਲੱਗਦਾ। ਮੈਂ ਜਦੋਂ ਪਹਿਲੀ ਵਾਰ ਆਇਆ, ਮੈਂ ਪਿੰਡ ਦੇ ਬਾਹਰੋਂ ਬੋਰਡ ਲੱਗੇ ਵੇਖੇ ਕਿ ਗਲੀਆਂ ਦੇ ਵਿੱਚ, ਗਲੀਆਂ ਦੇ ਮਕਾਨ ਨੰਬਰ ਲੱਗੇ ਨੇ, ਇਸ ਗਲੀ ਵਿੱਚ ਇਸ ਦਾ ਘਰ ਹੈ। ਵਿਲੱਖਣ ਜੀ ਸੋਚ ਹੈ, ਭਾਵੇਂ ਕੁਝ ਵੀ ਅਰਥ ਨਾ ਹੋਵੇ ਪਰ ਫਿਰ ਵੀ ਕੁਝ ਨਾ ਕੁਝ ਤੇ ਹੈ ਨਾ। ਆ ਜਿਹੜਾ ਇੱਕ ਛੋਟਾ ਜਿਹਾ ਜਗ੍ਹਾ ਹੈ ਜਿਹੜੀ ਬਣਾਈ ਗਈ ਹੈ, ਟੇਸਟਫੁਲੀ ਡੈਕੋਰੇਟਡ ਹੈ, ਨੈਚੁਰਲ ਵੀ ਹੈ ਤੇ ਇਹਦੀ ਆਪਣੀ ਬਿਊਟੀ ਵੀ ਹੈ। ਅਸੀਂ ਉਹੀ ਗੱਲ ਜੇ ਕਿਸੇ ਹੋਰ ਨੇ ਪੁਸਤਕ ਰਿਲੀਜ਼ ਕਰਨੀ ਹੁੰਦੀ ਤੇ ਕੋਈ ਹਾਲ ਦੇਖਣਾ ਸੀ ਤੇ ਜਿੱਥੇ ਅਸੀਂ ਖਲਾਰਾ ਪਾ ਕੇ ਆ ਜਾਣਾ ਸੀ। ਇੱਥੇ ਕੁਦਰਤੀ ਮਾਹੌਲ ਦੇ ਵਿੱਚ ਬੈਠੇ ਹਾਂ, ਗੱਲਾਂ ਲੱਭਦੀਆਂ ਨਹੀਂ। ਸਾਡੀ ਲੋੜ ਅੱਜ ਦੀ ਇਹ ਨਹੀਂ ਕਿ ਅਸੀਂ ਇਸ ਚੰਗੀ ਪਾਰਟੀ ਨਾਲ ਜੁੜ ਜਾਈਏ, ਏ ਨਾਲ, ਬੀ ਨਾਲ, ਸੀ ਨਾਲ ਜਾਂ ਡੀ ਨਾਲ। ਸਿਰਫ ਚੰਗੀ ਸੋਚ ਦੀ ਹੈ। ਜੇ ਆਪਣੇ ਆਪ ਅਸੀਂ ਠੀਕ ਹੋ ਜਾਵਾਂਗੇ, ਬਹੁਤ ਕੁਝ ਠੀਕ ਹੋ ਜਾਵੇਗਾ। ਇਹ ਫਲਸਫਾ ਜੀਵਨ ਦਾ ਮੈਂ ਵਾਅਦਾ ਕਰਦਾ ਪ੍ਰੋਫੈਸਰ ਸਾਹਿਬ ਨਾਲ ਕਿ ਮੈਂ ਜ਼ਰੂਰ ਪੜ੍ਹਾਂਗਾ ਇਸ ਨੂੰ, ਔਰ ਇਸ ਬਾਰੇ ਫਿਰ ਗੱਲਬਾਤ ਕਰਦੇ ਰਹਾਂਗੇ। ਬਹੁਤ ਕੁਝ ਆਖਿਆ, ਖਿਮਾ ਦੇ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਕਮਲਜੀਤ ਸਿੰਘ ਹੁਣਾਂ ਨੂੰ ਅੱਜ ਪਹਿਲੀ ਵਾਰ ਮਿਲ ਰਹੀ ਹਾਂ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੰਨੀ ਸੁਲਝੀ ਹੋਈ ਸ਼ਖਸੀਅਤ ਨੂੰ ਮੈਂ ਪਹਿਲਾਂ ਕਿਉਂ ਨਹੀਂ ਮਿਲੀ। ਤੇ ਮੈਨੂੰ ਬੜਾ ਚੰਗਾ ਲੱਗਿਆ ਕਿ ਮੈਂ ਇੱਥੇ ਆਈ ਤੇ ਉਹਨਾਂ ਦੇ ਜੀਵਨ ਤੋਂ ਜਾਣੂ ਹੋਈ। ਮੈਨੂੰ ਸਰਦਾਰ ਰੁਪਿੰਦਰਜੀਤ ਸਿੰਘ ਸਕੂਲ ਪ੍ਰਿੰਸੀਪਲ ਸੈਣੀਵਾਲ, ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਕਹਿੰਦੇ ਕਿ ਮੈਡਮ ਤੁਸੀਂ ਆਉਣਾ ਹੈ। ਤੇ ਮੈਂ ਅੱਜ ਉਹਨਾਂ ਦੇ ਸੱਦੇ 'ਤੇ ਇੱਥੇ ਆਈ ਤਾਂ ਮੈਂ ਵਡਭਾਗੀ ਸਮਝਦੀ ਹਾਂ ਆਪਣੇ ਆਪ ਨੂੰ ਕਿ ਇੰਨੀ ਵਧੀਆ ਸ਼ਖਸੀਅਤ ਹੈ ਜਿਹੜੀ ਸਾਡੇ ਨਾਲ ਹੀ ਗੁਆਂਢ ਦੇ ਵਿੱਚ ਸਾਡੇ ਬੈਠੇ ਨੇ ਤੇ ਮੈਂ ਇਹਨਾਂ ਨੂੰ ਅੱਜ ਤੱਕ ਮਿਲ ਨਹੀਂ ਸਕੀ ਹੈਗੀ। ਜਿਸ ਤਰ੍ਹਾਂ ਸਰ ਉਹਨਾਂ ਨੇ ਦੱਸਿਆ ਕਿ ਇਹ ਇੱਕ ਸਮਾਜ ਸੇਵਕ ਵੀ ਨੇ, ਇਹਨਾਂ ਨੇ ਆਪਣੇ ਪਿੰਡ ਦਾ ਵੀ ਬੜਾ ਵਿਕਾਸ ਕੀਤਾ ਹੈ। ਇਹਨਾਂ ਦੁਆਰਾ ਜਿਹੜਾ ਪਿੰਡ ਦਾ ਵਿਕਾਸ ਕੀਤਾ ਗਿਆ ਹੈ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਲਈ ਇੱਕ ਸੇਧ ਹੈ। ਦੂਸਰੀ ਗੱਲ, ਸਾਰੀ ਜ਼ਿੰਦਗੀ ਇਹਨਾਂ ਨੇ ਆਪਣੇ ਅਧਿਆਪਨ ਦੇ ਤੌਰ 'ਤੇ ਬੱਚਿਆਂ ਦੀ ਸੇਵਾ ਤਾਂ ਕੀਤੀ ਹੈ। ਇੱਕ ਚਾਨਣ ਮੁਨਾਰੇ ਦਾ ਕੰਮ ਤਾਂ ਕਰਦਾ ਹੀ ਹੈ ਅਧਿਆਪਕ, ਪਰ ਨਾਲ ਦੀ ਨਾਲ ਇੱਕ ਲੇਖਕ ਦੇ ਤੌਰ 'ਤੇ ਇੱਕ ਸਮਾਜ ਨੂੰ ਸੇਧ ਦੇਣਾ ਇਹ ਬਹੁਤ ਵੱਡੀ ਗੱਲ ਹੈ। ਕਿਉਂਕਿ ਜਿਹੜਾ ਸਾਹਿਤ ਹੈ ਉਹ ਸਮਾਜ ਦਾ ਦਰਪਣ ਹੈ, ਉਹ ਸ਼ੀਸ਼ਾ ਹੈ ਤੇ ਉਹ ਸ਼ੀਸ਼ਾ ਦਿਖਾਉਂਦਾ ਸਾਨੂੰ ਇੱਕ ਲੇਖਕ ਹੈ। ਤੇ ਸਰ ਹੁਣਾਂ ਦੀ ਜਿਹੜੀ ਬੁੱਕ ਹੈ ਤਰਜੇ ਜ਼ਿੰਦਗੀ, ਇਸ ਬੁੱਕ ਦੀ ਸਿਰਲੇਖ ਤੋਂ ਹੀ ਸਾਨੂੰ ਭਲੀ ਭਾਂਤ ਅਸੀਂ ਜਾਣੂ ਹੋ ਜਾਂਦੇ ਹਾਂ ਕਿ ਇਹਦੇ ਵਿੱਚ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਹੈ
ਉਹਨਾਂ ਦੀ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਨੇ ਤੇ ਉਹਦੇ ਵਿੱਚੋਂ ਉਹਨਾਂ ਨੇ ਸਾਨੂੰ ਕੁਝ ਸਕਾਰਾਤਮਕ ਜਿਹੜੇ ਗੱਲਾਂ ਹੋਣਗੀਆਂ ਉਹ ਸਾਡੇ ਪਾਠਕਾਂ ਤੱਕ ਪਹੁੰਚਾਉਣ ਦਾ ਉਹਨਾਂ ਨੇ ਹੀਲਾ ਕੀਤਾ ਹੈ ਤੇ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਉਹਨਾਂ ਦੀ ਇਹ ਕਿਤਾਬ ਹੈ ਜਿਹੜੀ ਪਾਠਕਾਂ ਦੇ ਲਈ ਲਾਹੇਵੰਦ ਸਾਬਤ ਹੋਏਗੀ। ਮੈਂ ਪਰਮਾਤਮਾ ਦੇ ਅੱਗੇ ਦੁਆ ਕਰਾਂਗੀ ਕਿ ਪਰਮਾਤਮਾ ਇਹਨਾਂ ਨੂੰ ਸਿਹਤਯਾਬੀ ਬਖਸ਼ਣ ਤਾਂ ਜੋ ਇਹ ਅੱਗੇ ਵੀ ਆਪਣੀ ਕਲਮ ਦੇ ਜ਼ਰੀਏ ਸਾਹਿਤ ਦੀ ਸੇਵਾ ਕਰਦੇ ਰਹਿਣ ਤੇ ਸਮਾਜ ਨੂੰ ਇੱਕ ਨਵੀਂ ਤੇ ਚੰਗੀ ਨਰੋਈ ਸੇਧ ਹੈ ਜਿਹੜੀ ਉਹ ਦਿੰਦੇ ਰਹਿਣ। ਮੈਂ ਆਪਣੀ ਮਿਸਿਸ ਮੈਡਮ ਮਹਿੰਦਰ ਕੌਰ ਦਾ ਵੀ ਧੰਨਵਾਦੀ ਹਾਂ। ਉਹਨੇ ਮੇਰੀ ਬਹੁਤ ਸਹਾਇਤਾ ਕੀਤੀ। ਕਾਰਨ ਇਹ ਕਿ 6 ਸਾਲ ਹੋ ਗਏ ਸੀ ਇਹ ਬੁੱਕ ਲਿਖੀ ਨੂੰ, ਪਰ ਮੇਰੇ ਉਂਗਲਾਂ ਨਹੀਂ ਸੀ ਚੱਲਦੀਆਂ। ਪਰਮਿੰਦਰ ਸਿੰਘ ਨੂੰ ਬਹੁਤ ਵਾਰੀ ਪੁੱਛ ਚੁੱਕਿਆ ਮੈਨੂੰ ਵੀ ਤੁਹਾਡੀ ਬੁੱਕ ਕਿੱਥੇ ਪਹੁੰਚੀ ਆ, ਪਰ ਮੈਂ ਅਸਮਰਥ ਸੀ। ਹੁਣ ਕੁਝ ਠੀਕ ਹੋਇਆ ਤੇ ਲਿਖਿਆ। ਬਾਕੀ ਲਿਖਿਆ ਜ਼ਿਆਦਾ ਇਹਨਾਂ ਨੇ ਰਫ ਵਰਕ, ਔਰ ਉਹਨੂੰ ਕੰਪਿਊਟਰ ਜ਼ਿਆਦਾ ਰੁਪਿੰਦਰ ਸਿੰਘ ਹੁਣੀ ਕੀਤਾ ਤੇ ਅਖੀਰੀ ਜਿਹੜੀ ਉਹਦੀ ਦੇਖਿਆ ਉਹ ਕਮਲ ਜੀ ਨੇ, ਪਬਲਿਸ਼ਰ ਜੀ ਨੇ ਦਿੱਤੀ ਆ। ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ।